ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਸਾਇੰਸ ਐਂਡ ਟੈਕ ਦਾ ਪਾਰਟ 6 ਕਰਾਂਗੇ, ਜਿਸ 'ਚ ਅਸੀਂ ਆਪਣਾ ਫਿਜ਼ਿਕਸ ਦਾ ਚੈਪਟਰ ਨੰਬਰ ਇਲੈਕਟ੍ਰਿਕ ਕਰੰਟ ਦਾ ਪਾਰਟ 2 ਕਰਾਂਗੇ। ਪਾਰਟ 1 ਪਹਿਲਾਂ ਹੋ ਚੁੱਕਿਆ ਹੈ, ਜੋ ਜਿਹਨੇ ਨਹੀਂ ਦੇਖਿਆ ਉਹ ਦੇਖ ਲਓ ਜ਼ਰੂਰ ਪਲੀਜ਼। ਸੋ ਅਸੀਂ ਆਪਣਾ ਨਾ ਦੇਰੀ ਕਰਦੇ ਹੋਏ ਕੁਐਸਚਨ ਨੰਬਰ ਪਹਿਲਾਂ ਸਟਾਰਟ ਕਰਦੇ ਹਾਂ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟ ਐਨ ਆਰਡੀਨਰੀ ਲਾਈਟ ਬੱਲਬ ਹੈਜ਼ ਰੈਦਰ ਦੈਨ ਸ਼ਾਰਟ ਲਾਈਫ ਬਿਕੋਜ਼ ਦਾ। ਸੋ ਇਹਨਾਂ ਨੇ ਬੋਲਿਆ ਕਿ ਜੋ ਸਿੰਪਲ ਬੱਲਬ ਹੁੰਦਾ, ਆਰਡੀਨਰੀ ਬੱਲਬ ਹੁੰਦਾ, ਉਹਦੀ ਸ਼ਾਰਟ ਲਾਈਫ ਹੁੰਦੀ ਹੈ, ਹੈਜ਼ ਅ ਰੈਦਰ ਸ਼ਾਰਟ ਲਾਈਫ ਬਿਕਾਜ਼। ਕਿਉਂ ਸ਼ਾਰਟ ਲਾਈਫ ਹੁੰਦੀ ਹੈ? ਫਿਲਾਮੈਂਟ ਵਾਇਰ ਇਜ਼ ਨਾਟ ਯੂਨੀਫਾਰਮ, ਮਤਲਬ ਉਸਦੀ ਇੱਕੋ ਜਿਹੀ ਨਹੀਂ ਹੁੰਦੀ ਫਿਲਾਮੈਂਟ। ਬੱਲਬ ਦੀ ਜਿਹੜੀ ਵਾਇਰ ਹੁੰਦੀ ਹੈ, ਬੱਲਬ ਕੈਨ ਨਾਟ ਬੀ ਵੈਕੂਲੇਟਡ ਕੰਪਲੀਟਲੀ, ਟੋਟਲੀ ਉਹ ਮਤਲਬ ਕਿ ਪੂਰੀ ਤਰ੍ਹਾਂ ਨਹੀਂ ਜਲਦਾ। ਵਾਇਰ ਸਪੋਰਟਿੰਗ ਦਾ ਫਿਲਾਮੈਂਟ ਮੈਲਟ ਐਟ ਹਾਈ ਟੈਂਪਰੇਚਰ, ਜਿਹੜੀ ਉਹਦੀ ਫਿਲਾਮੈਂਟ ਆ ਉਹ ਜਲਦੀ ਜਲ ਜਾਂਦੀ ਹੈ, ਠੀਕ ਹੈ। ਜੋ ਉਹਨੂੰ ਵਾਇਰ ਸਪੋਰਟ ਕਰਦੀ ਹੈ ਉਹ ਛੇਤੀ ਮੈਲਟ ਹੋ ਜਾਂਦੀ ਹੈ, ਪਿਘਲ ਜਾਂਦੀ ਹੈ ਟੈਂਪਰੇਚਰ ਹਾਈ ਦੇ ਨਾਲ। ਬਿਲਕੁਲ ਸਹੀ ਹੈ ਇਸ ਕਰਕੇ, ਓਕੇ। ਇਸ ਲਈ ਸ਼ਾਰਟ ਲਾਈਫ ਹੁੰਦੀ ਹੈ ਉਹਨਾਂ ਦੀ। ਸ਼ਾਰਟ ਲਾਈਫ ਤਾਂ ਹੋਊਗੀ ਨਾ, ਦੇਖੋ ਇੱਕ LED ਬੱਲਬ ਹੁੰਦਾ ਹੈ, ਇੱਕ ਆਰਡੀਨਰੀ ਬੱਲਬ ਹੁੰਦਾ ਹੈ ਨਾ। ਜੋ LED ਬੱਲਬ ਆ ਉਹ ਬਹੁਤ ਦੇਰ ਤੱਕ ਚੱਲਦਾ ਹੈ, ਕਿਉਂਕਿ ਜਿਹੜੀ ਉਹਦੀ ਫਿਲਾਮੈਂਟ ਦੇ ਨਾਲ ਵਾਇਰਸ ਲੱਗੀਆਂ ਹੁੰਦੀਆਂ ਉਹ ਹਾਈ ਟੈਂਪਰੇਚਰ ਹੋਣ ਨਾਲ ਬਰਨ ਨਹੀਂ ਹੁੰਦੀਆਂ, ਮਤਲਬ ਜਲਦੀਆਂ ਨਹੀਂ ਹੈਗੀਆਂ। ਲੇਕਿਨ ਜੋ ਆਰਡੀਨਰੀ ਬੱਲਬ ਹੁੰਦਾ ਹੈ, ਇਹਦੀ ਫਿਲਾਮੈਂਟ ਇੱਕ ਤਾਂ ਆਰਡੀਨਰੀ ਨਹੀਂ ਹੁੰਦੀ ਹੈਗੀ, ਮਤਲਬ ਇੱਕ ਆਪਣੀ ਯੂਨੀਫਾਰਮ ਨਹੀਂ ਹੁੰਦੀ ਹੈਗੀ। ਉੱਪਰੋਂ ਕੀ ਹੁੰਦਾ ਕਿ ਉਹਦੇ ਨਾਲ ਜਿਹੜੀ ਵਾਇਰਸ ਹੁੰਦੀਆਂ ਉਹ ਜਲਦੀ ਮੈਲਟ ਹੋ ਜਾਂਦੀ, ਇਸ ਕਰਕੇ ਇਹਦਾ ਆਨਸਰ ਨੰਬਰ ਸੀ ਹੋਏਗਾ, ਡੀ ਸੌਰੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟ, ਲਾਈਟਨਿੰਗ ਕੰਡਕਟਰ ਪ੍ਰੀਵੈਂਟਸ ਦਾ ਬਿਲਡਿੰਗ ਫਰੋਮ ਡੈਮੇਜ ਇਨ ਦਾ ਇਵੈਂਟ ਆਫ ਲਾਈਟਨਿੰਗ ਸਟਰਾਈਕ। ਜਦੋਂ ਬਿਜਲੀ ਲਸ਼ਕਦੀ ਹੈ, ਕਹਿੰਦੇ ਜਿਹੜਾ ਲਾਈਟਨਿੰਗ ਕੰਡਕਟਰਸ ਬਿਲਡਿੰਗ 'ਚ ਲਾਏ ਹੁੰਦੇ ਉਹਨੂੰ ਡੈਮੇਜ ਤੋਂ ਬਚਾ ਲੈਂਦੇ ਆ। ਰੀਜ਼ਨ ਇਹਦਾ ਹੈਗਾ ਇਲੈਕਟ੍ਰਿਕ ਚਾਰਜ ਕੰਡਕਟ ਟੂ ਗਰਾਊਂਡ ਥਰੂ ਦਾ ਵਾਇਰ ਇੰਸਟੈਡ ਆਫ ਪਾਸਿੰਗ ਥਰੂ ਦਾ ਸਟਰਕਚਰ। ਕਹਿੰਦੇ ਜਿਹੜੇ ਇਲੈਕਟ੍ਰਿਕ ਚਾਰਜ ਹੁੰਦੇ ਆ ਉਹ ਕਿਆ ਕਰਦੇ ਆ, ਕਹਿੰਦੇ ਉਹ ਇਲੈਕਟ੍ਰਿਕ ਗਰਾਊਂਡ ਦੇ ਵਿੱਚ ਚਲ ਜਾਂਦੇ ਆ, ਉਹਦੀ ਮਤਲਬ ਕਿ ਇੰਸਟੈਡ ਜਿਹੜੇ ਸਾਡਾ ਘਰ ਆ ਉਹ 'ਚੋਂ ਲੰਘਣ ਦੇ ਬਜਾਏ ਉਹ ਥੱਲੋਂ ਨਿਕਲ ਜਾਂਦੇ ਆ। ਇਸ ਲਈ ਲਾਈਟਨਿੰਗ ਕੰਡਕਟਰ ਇੰਪੋਰਟੈਂਟ ਹੁੰਦੇ ਆ, ਓਕੇ। ਸੋ ਤੁਹਾਨੂੰ ਜਿਵੇਂ ਪਤਾ ਹੈ ਕਿ ਇਹ 'ਚ ਜਿਹੜਾ A ਔਰ B ਆਪਸ਼ਨ ਹੁੰਦੇ, ਕੋਈ ਦੋਨੇ ਸਟੇਟਮੈਂਟਸ ਕਰੈਕਟ ਨੇ। ਦੇਖੋ ਜਦੋਂ ਤੁਹਾਡਾ ਐਗਜ਼ਾਜਰੇਸ਼ਨ ਦਾ ਕੁਐਸਚਨ ਆਉਂਦਾ, ਸਭ ਤੋਂ ਪਹਿਲਾਂ ਤੁਸੀਂ ਦੇਖਣਾ ਕਿ ਇਹਨਾਂ 'ਚੋਂ ਕਿਹੜੀ ਸਹੀ ਆ। ਜੇ ਦੋਨੇ ਸਹੀ ਆ ਤਾਂ ਦੱਸੋ ਕਿਹੜਾ ਕਿਹਦਾ ਐਕਸਪਲੇਨੇਸ਼ਨ ਆ। ਯਾਦ ਰੱਖੋ, ਅਗਰ ਅਸੀਂ ਇੱਦਾਂ ਪੜ੍ਹਦੇ ਆ ਕਿ ਲਾਈਟਨਿੰਗ ਕੰਡਕਟਰ ਪ੍ਰੀਵੈਂਟਸ ਬਿਲਡਿੰਗ ਫਰੋਮ ਡੈਮੇਜਿਸ ਇਨ ਦਾ ਇਵੈਂਟ ਆਫ ਲਾਈਟਨਿੰਗ ਸਟ੍ਰਾਈਕ ਬਿਕਾਜ਼ ਦਾ ਇਲੈਕਟ੍ਰਿਕ ਚਾਰਜ ਕਨੈਕਟ ਟੂ ਗਰਾਊਂਡ ਥਰੂ ਦਾ ਵਾਇਰ। ਜੇ ਬਿਕਾਜ਼ ਲੱਗ ਕੇ ਆਨਸਰ ਆਉਂਦਾ ਹੈ ਤਾਂ ਹਮੇਸ਼ਾ ਸੈਂਸ ਬਣਦੀ ਹੈ, ਤਾਂ ਹਮੇਸ਼ਾ ਇਹ ਆਨਸਰ ਹੁੰਦਾ। ਅਗਰ ਦੇਅਰ ਫੋਰ ਲਾ ਕੇ ਸੈਂਸ ਆਉਂਦੀ ਹੈ, ਦੇਅਰ ਫੋਰ ਇਹ ਹੋ ਗਿਆ, ਤਾਂ ਹਮੇਸ਼ਾ ਆਨਸਰ ਨੰਬਰ B ਹੁੰਦਾ। ਹੁਣ ਇਹ ਦੋਨੇ ਸਹੀ ਹੈ, ਲੇਕਿਨ ਇਹਦੇ 'ਚ ਨਾ ਬਿਕਾਜ਼ ਬਣ ਰਿਹਾ, ਕਿਉਂਕਿ ਦੇਖੋ ਉਰੇ ਲਾਈਟਨਿੰਗ ਕੰਡਕਟਰ ਕਿਉਂ ਇੰਪੋਰਟੈਂਟ ਆ, ਕਿਉਂਕਿ ਉਹਨਾਂ ਦੇ 'ਚ ਜਿਹੜਾ ਕਰੰਟ ਆ, ਉਹਨਾਂ ਨਾਲ ਜਿਹੜਾ ਕਰੰਟ ਹੁੰਦਾ ਉਹ ਜ਼ਮੀਨ 'ਚ ਲੰਘ ਜਾਂਦਾ, ਨਾ ਕਿ ਬਿਲਡਿੰਗ 'ਚ ਲੰਘਦਾ। ਸੋ ਇਹਦਾ ਬਿਕਾਜ਼ ਦਾ ਰੀਜ਼ਨ ਹੈ। ਸੋ ਆਨਸਰ ਨੰਬਰ ਇਹਦਾ A ਹੋਏਗਾ, ਓਕੇ। A is the right answer. Next is the temperature of a metal wire rises when electric current passes through it. ਬਿਲਕੁਲ ਸਹੀ, ਜਦੋਂ ਕਰੰਟ ਪਾਸ ਕਰਦਾ ਹੈ ਤਾਂ ਜਿਹੜਾ ਹੁੰਦਾ ਟੈਂਪਰੇਚਰ ਜ਼ਰੂਰ ਹਾਈ ਹੁੰਦਾ। ਦੇਖੋ ਕਿਉਂ ਹੁੰਦਾ, ਕਿਉਂਕਿ ਅਸੀਂ ਫਾਰਮੂਲਾ ਪੜ੍ਹਦੇ 10th ਕਲਾਸ H = I²RT। ਸੋ ਇਹ ਫਾਰਮੂਲਾ ਦੇ ਅਕੋਰਡਿੰਗ ਹੁੰਦਾ। I ਹੀਟ, ਆਹ ਹੀਟ ਹੈ, ਆਹ ਕਰੰਟ ਹੈ। ਜਿੰਨਾ ਕਰੰਟ ਵਿੱਚੋਂ ਪਾਸ ਕਰੂੰਗਾ ਉਨੀ ਹੀਟ ਪ੍ਰੋਡਿਊਸ ਹੋਊਗੀ। ਕਹਿੰਦੇ ਕੋਲੀਜ਼ਨ ਆਫ ਮੈਟਲ ਆਈਟਮ ਵਿਦ ਈਚ ਅਦਰ ਰਿਲੀਜ਼ਿਜ਼ ਦਾ ਹੀਟ ਐਨਰਜੀ। ਨੋ, ਕੋਲੀਜ਼ਨ ਕਦੇ ਵੀ ਹੀਟ ਰਿਲੀਜ਼ ਨਹੀਂ ਕਰਦੀ। ਜਦੋਂ ਮਾਲੀਕੂਲਸ ਆਪਸ 'ਚ ਕੋਲਾਈਡ ਕਰਦੇ ਆ ਤਾਂ ਹਮੇਸ਼ਾ ਜਿਹੜੀ ਐਨਰਜੀ ਹੁੰਦੀ ਉਹ ਲੋਸ ਹੁੰਦੀ ਹੈ, ਨਾ ਕਿ ਹੀਟ ਜਨਰੇਟ ਹੁੰਦੀ ਹੈ। ਹੀਟ ਹਮੇਸ਼ਾ ਵਾਈਬ੍ਰੇਸ਼ਨ ਆਫ ਮੋਲੀਕੂਲਸ ਤੋਂ ਜਨਰੇਟ ਹੁੰਦੀ ਹੈ। ਇਸ ਕਰਕੇ ਜਿਹੜਾ ਆਨਸਰ ਹੋਏਗਾ ਇਹਦਾ, ਕਿਉਂਕਿ ਇਹ ਸਹੀ ਆ ਔਰ ਰੀਜ਼ਨ ਉਹਦਾ ਗਲਤ ਹੈ, ਇਸ ਕਰਕੇ ਇਹਦਾ ਆਨਸਰ ਨੰਬਰ C ਹੋਏਗਾ। ਨੈਕਸਟ ਇਜ਼ ਅਜ਼ਰਸ਼ਨ ਫੇਰ ਆ ਗਿਆ, ਦ ਲਾਈਟ ਅਮੀਟਿੰਗ ਡਾਇਡ ਲੈਂਪ ਆਫਰ ਲੌਂਗਰ ਸਰਵਿਸ ਐਜ਼ ਕੰਪੇਅਰ ਟੂ CFL ਕੰਪੈਕਟ ਫਲੋਰੋਸੈਂਟ ਲੈਂਪਸ। ਕਹਿੰਦੇ LED ਜਿਹੜੇ ਹੁੰਦੇ ਉਹ ਲੌਂਗਰ ਲਾਈਫ ਸਾਨੂੰ ਦਿੰਦੇ ਆ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਦ LED ਲੈਂਪਸ ਆਰ ਮੋਰ ਐਨਰਜੀ ਐਫੀਸ਼ੀਐਂਟ। ਬਿਲਕੁਲ ਸਹੀ ਹੈ, ਜ਼ਿਆਦਾ ਐਨਰਜੀ ਦੀ क्षमता ਹੁੰਦੀ ਹੈ ਉਹਦੇ ਵਿੱਚ, ਠੀਕ ਹੈ। ਇਸ ਕਰਕੇ ਜਿਹੜਾ ਰੀਜ਼ਨ ਵੀ ਸਹੀ ਆ। ਅਤੇ ਹੁਣ ਇਹਦਾ ਅਸੀਂ ਦੇਖਣਾ ਕਿ ਬਿਕਾਜ਼ ਦਾ ਰੀਜ਼ਨ ਆਉਂਦਾ ਕਿ ਨਹੀਂ ਆਉਂਦਾ। ਯੈਸ, ਬਿਲਕੁਲ ਆਉਂਦਾ। ਇਸਦਾ ਮਤਲਬ ਆਨਸਰ ਕਿਆ ਹੋ ਗਿਆ, A ਹੋ ਗਿਆ। ਕਿਉਂਕਿ ਤੁਸੀਂ ਦੇਖੋ, ਅਸੀਂ ਉਰੇ ਪੜ੍ਹੋਗੇ ਪਹਿਲਾਂ ਕਿ LED ਲੈਂਪ ਆਫਰਸ ਲੌਂਗਰ ਸਰਵਿਸ ਐਜ਼ ਕੰਪੇਅਰ ਟੂ CFL ਬਿਕਾਜ਼ ਲਾਈਟ ਅਮੀਟਿੰਗ ਡਾਇਡ ਹੈਜ਼ ਮੋਰ ਐਨਰਜੀ ਐਫੀਸ਼ੀਐਂਟ, ਹੈ ਨਾ, ਕਿਉਂਕਿ ਉਹ ਜ਼ਿਆਦਾ ਮੋਰ ਐਨਰਜੀ ਐਫੀਸ਼ੀਐਂਟ ਇਸ ਕਰਕੇ। ਸੋ ਇਸ ਕਰਕੇ ਮਤਲਬ ਕੀ ਆ ਗਿਆ, ਬਿਕਾਜ਼ ਲੱਗ ਗਿਆ ਹੋਇਆ। ਵਟ ਇਜ਼ ਦ ਡਿਫਰੈਂਸ ਬਿਟਵੀਨ CFL ਐਂਡ LED ਔਰ CFL 'ਚ ਕੀ ਡਿਫਰੈਂਸ ਆ? ਇਹ ਦੇਖੋ, ਇਹ ਵਾਲਾ ਕੁਐਸਚਨ ਨਾ PPSC 'ਚ ਆਇਆ ਸੀਗਾ 2018 ਦੇ ਵਿੱਚ, ਤੁਸੀਂ ਹੁਣ ਯਾਦ ਰੱਖਣਾ। ਟੂ ਪ੍ਰੋਡਿਊਸ ਲਾਈਟ CFL ਯੂਜ਼ ਮਰਕਰੀ ਵੇਪਰਸ ਫਾਸਫਰ ਵਾਈਲ ਐਂਡ LED ਲੈਂਪ ਯੂਜ਼ਿਜ਼ ਸੈਮੀਕੰਡਕਟਰ ਮਟੀਰੀਅਲ। ਬਿਲਕੁਲ ਸਹੀ ਹੈ।
द एवरेज लाइफ स्पैन ऑफ CFL इज़ मच लॉन्गर दैन द LED लैंप। बिल्कुल सही है, CFL की एनर्जी लाइफ स्पैन जी होंगी है वो शॉर्ट होंगी है। सो उरे लिखिया लॉन्गर, सो इसका मतलब ये की हो गया, ये हो गया रॉन्ग। CFL इज़ लैस एनर्जी एफिशिएंट, ये बिल्कुल सही होगी। LED ज़्यादा एनर्जी एफिशिएंट है, CFL घट एनर्जी एफिशिएंट है। इसका मतलब इसका आंसर क्या हो गया 1 और 3। 1 और 3 कितने सी ऑप्शन के। नैक्सट क्वेश्चन इज़ गिवन बिलो आर 2 स्टेटमेंट्स। असर्शन देखो, असर्शन रीजन की हो गया द ट्रांसफार्मर इज़ यूजफुल फॉर स्टैपिंग अप और स्टैपिंग डाउन वोल्टेज। बिल्कुल सही है। ट्रांसफार्मर एक वो डिवाइस होंदा है जो कि लो वोल्टेज टू हाई वोल्टेज करता है और हाई वोल्टेज टू लो वोल्टेज करता है, इसलिए स्टैपिंग अप स्टैपिंग डाउन लिखा है। और ट्रांसफार्मर इज़ डिवाइस यूज इन DC सर्किट्स। बिल्कुल रॉन्ग है, ये AC सर्किट्स विच यूज होंदा है, एल्टरनेटिव करंट्स यूज होना, DC करंट कदे नहीं यूज होंदा। इसदा मतलब कल्ला A सही है। इट मीनस द आंसर इज़ C करेक्ट बिकॉज A इज़ ट्रू एंड R इज़ फॉल्स। नैक्सट इज़ किहड़ा पेयर ये करैक्टली मैचड आ, ये देखना है। इलैक्ट्रिकल जनरेटर मैकेनिकल तो इलैक्ट्रिकल बदलता, बिल्कुल सही है। इलैक्ट्रिकल मोटर इलैक्ट्रिकल तो मैकेनिकल बदलती है, बिल्कुल सही है। डीजल इंजन इज़ ऑल्सो कॉल्ड जनरेटर, सो दिस इज़ नॉट ए आंसर। सो ये आंसर नहीं हो सकता। सोलर सैल की करता, कैमिकल टू मैकेनिकल करता नहीं, ये लाइट टू इलैक्ट्रिकल करता है। इस करके जो आंसर है वो 1 और 2 होएगा। आंसर नंबर A इज़ द राइट आंसर। The last question is in India electricity distribution company calculated the consumption electricity in kilowatt hour। बिल्कुल सही है। असी पढ़िया सीगा कल की क्लास 1 यूनिट इज इक्वल्स टू 1 किलोवाट आवर होंदा है ना। तो 1 किलोवाट आवर दे विच इलैक्ट्रिकल कंजम्पशन साडी कैलकुलेट की जाती है। इलैक्ट्रिकल सिस्टम इन इंडिया वर्क्स फ्रीकुएंसी ऑफ 60 हर्ट्ज। बिल्कुल रॉन्ग। 50 हर्ट्ज जी है साडी फ्रीकुएंसी होंगी, 50 हर्ट्ज नॉट 60 हर्ट्ज। सो दिस इज़ द रॉन्ग। सो what will be the answer? Answer is the C because the A is a true and R is a false। so ਅੱਜ ਲਈ ਇਹ ਨਹੀਂ, ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਸ਼ੇਅਰ ਕਰੋ ਅਗਰ ਤੁਹਾਨੂੰ ਸੈਸ਼ਨ ਚੰਗਾ ਲੱਗਿਆ, ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਨਿਊ ਨੋਟੀਫਿਕੇਸ਼ਨ ਮਿਲਦੇ ਜਾਣ। ਥੈਂਕ ਯੂ ਸੋ ਮਚ।